सतनाम श्री वाहेगुरु साहिब जी। सतनाम श्री वाहेगुरु साहिब जी। बिलावल महला चौथा। हर हर नाम शीतल जल त्यावो, हर चंदन वास सुगंध गंधैया। बिलावल राग है। चौथे पातशाह धन गुरु रामदास जी महाराज ये पवित्र शब्द उच्चारण कर रहे हैं। हरि अकाल पुरख वाहिगुरु परमेश्वर दा अमृत नाम शीतल जल है, ठंडा जल है। जैसे अत दी तपश विच, अत दी गर्मी विच, अत दे प्यासे मनुख नूं शीतल जल प्राप्त हुंदा है तां उस दी वो तपश बुझ जाती है, शांत हो जाती है। तैसे जदों साडे हिरदे विच अत दी तपश करके हिरदा तपदा है, चीड़ा तपदा है, तां उस तपश दे विच जदों जिंदगी गुजरदी है वो बड़ी दुखदाई हुंदी है। हिरदे दी उस विकारां दी तपश नूं बुझाउण लई, उस तपश नूं शांत करन लई सतगुरु जी दा पवित्र अमृत नाम शीतल जल दा काम करदा, ठंडे जल दा काम करदा। पूरी शीतलता हरि दे नाम चों जो प्राप्त हुंदी है, ये ना तां चंद दी चाननी चों मिलदी है, ना हिमालया दे पर्वतां ते जम्मी हुई बर्फ तो मिलदी है, और ना ही सर्द रुत दे विच अत दी कड़क दी ठंड विच मिलदी है। परमेश्वर दे हरि नाम दे विच जिहड़ी शीतलता है, वो शीतलता दुनिया दियां ना सारियां शीतल वस्तुआं विचों श्रेष्ठ, सर्वोत्तम, आश्चर्य ते अनोखी है। तदे गुरुदेव दा वचन है, चंदन चांदन सरद रुत, मूल न मिटई काम, शीतल थीवै नानका जपंदड़ो हर नाम। तो हरि अकाल पुरख वाहिगुरु परमेश्वर दा नाम शीतल जल है। ऐ गुरमुखो, ऐसा जो शीतल जल है हरि दा नाम, तिसनूं ध्यावो। और हरि दा नाम केवल शीतल जल ही नहीं है, हर चंदन, हरि दा अमृत नाम चंदन दे समान है। चंदन दे पास वसने वाली वनस्पति जैसे गंध सहित हो जाती है, सुगंधी सहित हो जाती है, तैसे हरि परमेश्वर दा अमृत नाम जो चंदन दे तुल कह सकते हाँ, क्योंकि नाम जपदियां भी साडे हिरदे चों महक पैदा हुंदी है, सुगंधी पैदा हुंदी है, और वो सुगंधी है शुभ गुणां दी। जैसे जैसे गुरमुख जन नाम का अभ्यास करते हैं, नाम की कमाई करते हैं, तैसे तैसे हिरदा शुभ गुणा के सहित महकन लग पैंदा, वो गंध के सहित हो जाता। निरंकार दे नाम की कमाई करके हिरदे च शुभ गुण आउंदे हन। नाम जपद्यां जपद्यां संतोख, धीरज, दया, खेमा, वैराग, उपरामता, सत, साम, दाम, ये जितने भी शुभ गुण ने
ਇਹ ਨਿਰੰਕਾਰ ਪਰਮੇਸ਼ਰ ਦੇ ਨਾਮ ਦੇ ਜਾਪ ਦੁਆਰਾ ਪ੍ਰਾਪਤ ਹੁੰਦੇ ਹਨ। ਇਸੇ ਕਰਕੇ ਗੁਰਦੇਵ ਕਹਿ ਰਹੇ ਨੇ ਕਿ ਹਰੀ ਪਰਮੇਸ਼ਰ ਦਾ ਅੰਮ੍ਰਿਤ ਨਾਮ ਚੰਦਨ ਦੀ ਸੁਗੰਧੀ ਵਾਂਗੂ ਹੈ। ਜੈਸੇ ਚੰਦਨ ਕੋਲ ਵਸਣ ਵਾਲੇ ਸੁਗੰਧਦਾਇਕ ਹੋ ਜਾਂਦੇ ਨੇ, ਤੈਸੇ ਹਰੀ ਪਰਮੇਸ਼ਰ ਦੇ ਨਾਮ ਦੇ ਜਾਪ ਨੂੰ ਜਪਣ ਵਾਲੇ ਸ਼ੁਭ ਗੁਣਾਂ ਦੀ ਸੁਗੰਧ ਸਹਿਤ ਮਹਿਕਣ ਲੱਗ ਪੈਂਦੇ ਹਨ। ਮਿਲ ਸਤ ਸੰਗਤ ਪਰਮ ਪਦ ਪਾਇਆ, ਮਹਿਰੜ ਪਲਾਸ ਸੰਗ ਹਰ ਬੁਹੀਆ। ਸਾਧ ਸੰਗਤ ਵਿੱਚ ਮਿਲ ਕੇ ਸਾਨੂੰ ਪਰਮ ਪਦਵੀ ਦੀ ਪ੍ਰਾਪਤੀ ਹੋਈ ਹੈ। ਕਿਉਂਕਿ ਸੰਗਤ ਵਿੱਚ ਜਦੋਂ ਕੋਈ ਵੀ ਆ ਜਾਂਦਾ ਹੈ, ਕਿਸੇ ਧਰਮ ਦਾ ਵਿਅਕਤੀ ਹੋਵੇ, ਕਿਸੇ ਵਰਣ ਦਾ ਵਿਅਕਤੀ ਹੋਵੇ, ਕਿਸੇ ਜਾਤੀ ਨਾਲ ਸੰਬੰਧਿਤ ਹੋਵੇ, ਜਦੋਂ ਸੰਗਤ ਵਿੱਚ ਆ ਗਿਆ, ਸੰਗਤ ਵਿੱਚ ਆ ਕੇ ਉਹਨੂੰ ਪਰਮ ਪਦਵੀ ਪ੍ਰਾਪਤ ਹੋ ਜਾਂਦੀ, ਉਹਨੂੰ ਸਤ ਸੰਗੀ ਕਿਹਾ ਜਾਂਦਾ। ਸਤ ਸੰਗ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹੈ, ਕਹਿੰਦੇ ਪਾਨ ਕੱਥਾ ਚੂਨਾ ਵਗੈਰਾ ਜਦੋਂ ਇਹ ਮਿਲਦੇ ਨੇ ਤੇ ਮਿਲ ਕੇ ਇਹਨਾਂ ਦਾ ਇੱਕੋ ਹੀ ਰੰਗ ਹੋ ਜਾਂਦਾ ਜਦੋਂ ਮੁੱਖ ਵਿੱਚ ਪਾਇਆ ਜਾਂਦਾ, ਮੂੰਹ ਵਿੱਚ ਪਾਇਆ ਜਾਂਦਾ। ਤੈਸੇ ਚਾਰ ਵਰਨਾਂ ਦੇ ਪ੍ਰਾਣੀ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਜਦੋਂ ਸਾਧ ਸੰਗਤ ਵਿੱਚ ਆਉਂਦੇ ਨੇ ਤਾਂ ਸਾਧ ਸੰਗਤ ਵਿੱਚ ਆਉਂਦਿਆਂ ਚਾਰਾਂ ਦਾ ਇੱਕੋ ਹੀ ਵਰਣ ਹੋ ਜਾਂਦਾ, ਸਤ ਸੰਗੀ। ਸਤ ਸੰਗਤ ਵਿੱਚ ਮਿਲ ਕੇ ਅਸੀਂ ਪਰਮ ਪਦਵੀ ਪ੍ਰਾਪਤ ਕੀਤੀ ਹੈ। ਫਿਰ ਆਪਣੀ ਵਿਨਿਮਰਤਾ ਨੂੰ ਪ੍ਰਗਟ ਕਰਦਿਆਂ ਕਹਿੰਦੇ ਨੇ, ਮੈਂ ਤਾਂ ਹਿਰੜ ਦੇ ਬੂਟੇ ਵਾਂਗੂ, ਪਲਾਸ ਛਿਛਰੇ ਦੇ ਬੂਟੇ ਵਾਂਗੂ, ਢੱਕ ਦੇ ਬੂਟੇ ਵਾਂਗੂ ਨਿਕੰਮਾ ਸੀ, ਪਰ ਚੰਦਨ ਦੇ ਕੋਲ ਵਸਣੇ ਕਰਕੇ ਜੈਸੇ ਹਿਰੜ ਤੇ ਛਿਛਰੇ ਦਾ ਬੂਟਾ ਵੀ ਗੰਧ ਸਹਿਤ ਹੋ ਜਾਂਦਾ ਹੈ, ਮਹਿਕ ਸਹਿਤ ਹੋ ਜਾਂਦਾ ਹੈ, ਤੈਸੇ ਮੈਂ ਵੀ ਸਤ ਸੰਗੀਆਂ ਦੀ ਸੰਗਤ ਵਿੱਚ ਮਿਲ ਕੇ ਸ਼ੁਭ ਗੁਣਾਂ ਦੇ ਸਹਿਤ ਹੋ ਗਿਆ। ਸਤ ਸੰਗਤ ਵਿੱਚ ਮਿਲ ਕੇ ਸਤ ਸੰਗਤ ਕਰਦਿਆਂ ਹੋਇਆਂ ਮੇਰੇ ਵਿੱਚੋਂ ਵੀ ਸ਼ੁਭ ਗੁਣਾਂ ਦੀ ਵਾਸ਼ਨਾ, ਸ਼ੁਭ ਗੁਣਾਂ ਦੀ ਸੁਗੰਧੀ ਉਹ ਉਤਪਨ ਹੋ ਆਈ ਹੈ। ਜਪ ਜਗਨਨਾਥ ਜਗਦੀਸ਼ ਗੁਸਈਆ। ਹਰ ਬੁਹੀਆ ਦਾ ਅਰਥ ਇਸ ਤਰ੍ਹਾਂ ਵੀ ਕਰਦੇ ਆ ਮਹਾਪੁਰਸ਼ ਕਿ ਜਦੋਂ ਸਤ ਸੰਗਤ ਕੀਤੀ ਤੇ ਸਤ ਸੰਗੀਆਂ ਦੇ ਹਿਰਦਿਆਂ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਦੀ ਬੁਹੀਆ ਵਾਸ਼ਨਾ ਪੈਦਾ ਹੁੰਦੀ, ਸੁਗੰਧੀ ਪੈਦਾ ਹੁੰਦੀ ਹੈ ਭਗਤੀ ਦੀ। ਸੰਗਤ ਕਰਨ ਵਾਲੇ ਸਤ ਸੰਗੀ ਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਦੀ ਚੇਟਕ ਲੱਗ ਜਾਂਦੀ ਹੈ, ਨਿਰੰਕਾਰ ਦੀ ਭਗਤੀ ਦੀ ਲਟਕ ਲੱਗ ਜਾਂਦੀ ਹੈ। ਇਸ ਤਰ੍ਹਾਂ ਕਹਿ ਸਕਦੇ ਹਾਂ ਵਾਹਿਗੁਰੂ ਪਰਮੇਸ਼ਰ ਦੀ ਪ੍ਰੇਮਾ ਭਗਤੀ ਦੀ ਸੁਗੰਧੀ ਸਤ ਸੰਗੀਆਂ ਦੇ ਹਿਰਦੇ 'ਚ ਉਤਪਨ ਹੋ ਆਉਂਦੀ। ਇਸ ਕਰਕੇ ਹੇ ਗੁਰਮੁਖੋ, ਜੋ ਸਾਰੇ ਜਗਤ ਦਾ ਨਾਥ ਹੈ ਅਕਾਲ ਪੁਰਖ ਪਰਮੇਸ਼ਰ, ਉਸ ਦੇ ਜਾਪ ਨੂੰ ਜਪੋ। ਜਪ ਜਗੰਨਾਥ, ਜੋ ਸਾਰੇ ਜਗਤ ਦਾ ਨਾਥ ਹੈ, ਸਾਰੇ ਸੰਸਾਰ ਦਾ ਨਾਥ ਹੈ, ਉਹ ਸਾਰੇ ਜਗਤ ਦੇ ਨਾਥ ਵਾਹਿਗੁਰੂ ਪਰਮੇਸ਼ਰ ਦੇ ਜਾਪ ਨੂੰ ਜਪੋ। ਜੋ ਸਾਰੀ ਧਰਤੀ ਦਾ ਸਾਈਂ ਹੈ, ਸਾਰੀ ਧਰਤੀ ਦਾ ਮਾਲਕ ਹੈ, ਸਾਰੇ ਜਗਤ ਦਾ ਸੁਆਮੀ ਹੈ। ਸਰਣ ਪਰੇ ਸਈ ਜਨ ਉਬਰੇ, ਜਿਉ ਪ੍ਰਹਿਲਾਦ ਉਧਾਰ ਸਮਈਆ। ਜਿਹੜੇ ਮੇਰੇ ਮਾਲਕ ਦੀ ਸ਼ਰਨ ਪੈ ਜਾਂਦੇ ਨੇ, ਗੁਰੂ ਸ਼ਰਨ ਚ ਆ ਜਾਂਦੇ ਨੇ, ਪ੍ਰਭੂ ਸ਼ਰਨ ਆ ਜਾਂਦੇ ਨੇ, ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁਖ ਬਿਨ ਸੇ ਸੁਖ ਪਾਇਆ। ਸਤਿਗੁਰਾਂ ਦੀ ਸ਼ਰਨ ਆ ਗਏ ਜਿਹੜੇ, ਉੱਭਰ ਗਏ, ਉਹਨਾਂ ਨੂੰ ਮਾਲਕ ਨੇ ਕਿਰਪਾ ਕਰਕੇ ਉਭਾਰ ਲਿਆ, ਰੱਖ ਲਿਆ। ਕਿਵੇਂ? ਜੈਸੇ ਭਗਤ ਪ੍ਰਹਿਲਾਦ ਜੀ ਨੂੰ ਉਧਾਰ ਲਿਆ। ਜਿਉ ਪ੍ਰਹਿਲਾਦ ਉਧਾਰ ਸਮਈਆ, ਜੈਸੇ ਮਹਾਰਾਜ ਭਗਤ ਪ੍ਰਹਿਲਾਦ ਜੀ ਨੂੰ ਉਧਾਰਿਆ ਔਰ ਉਹਨਾਂ ਨੂੰ ਆਪਣੇ ਵਿੱਚ ਹੀ ਸਮਾ ਕੇ ਭੇਦ ਕਰ ਲਿਆ। ਹਰਨਾਖਸ਼ ਮੁਲਤਾਨ ਦਾ ਰਾਜਾ ਸੀ।
ਅੱਜ ਵੀ ਭਗਤ ਪ੍ਰਹਿਲਾਦ ਜੀ ਦਾ ਮੰਦਿਰ ਦੱਸਿਆ ਜਾਂਦਾ, ਮੁਲਤਾਨ ਦੇ ਇਲਾਕੇ ਵਿੱਚ ਬਣਿਆ ਹੋਇਆ। ਅੱਤ ਦੇ ਦੁਰਾਚਾਰੀ ਕੁਕਰਮਾਂ ਦੇ ਵਿੱਚ ਹਰਨਾਕਸ਼ ਪ੍ਰਵਿਰਤ ਸੀ, ਰਾਖਸ਼ ਹੈ। ਕੱਲਰ ਦੇ ਵਿੱਚ ਕਮਲ ਦਾ ਫੁੱਲ ਪੈਦਾ ਹੋਇਆ ਭਗਤ ਪ੍ਰਹਿਲਾਦ ਦੇ ਰੂਪ ਵਿੱਚ। ਥੋੜੇ ਜਿਹੇ ਵੱਡੇ ਹੋਏ, ਪੜਨ ਪਾਇਆ ਗਿਆ। ਸੰਡਾ ਤੇ ਮਰਕਾ ਦੋ ਉਸਤਾਦ ਸਨ ਉਹਨਾਂ ਦੀ ਪਾਠਸ਼ਾਲਾ 'ਚ। ਪ੍ਰਹਿਲਾਦ ਜੀ ਆਪ ਜਪਦੇ, ਨਾਲ ਦੇ ਜਿੰਨੇ ਚਾਟੜੇ ਸਾਥੀ ਉਹ ਵੀ ਜਪਣ ਲੱਗ ਪਏ। ਸੰਡੇ ਮਰਕੇ ਨੇ ਵੇਖਿਆ ਵੀ ਇਹ ਆਪ ਤਾਂ ਵਿਗੜਿਆ, ਇਹਨੇ ਤਾਂ ਸਾਰੇ ਚਾਟੜੇ ਵਿਗਾੜ ਦਿੱਤੇ। ਚਾਟੜੇ ਵਿਦਿਆਰਥੀਆਂ ਨੂੰ ਕਹਿੰਦੇ। ਸ਼ਿਕਾਇਤ ਕੀਤੀ ਹਰਨਾਕਸ਼ ਕੋਲ। ਹਰਨਾਕਸ਼ ਨੇ ਜਲ ਅਗਨੀ ਵਿੱਚ ਘੱਤਿਆ। ਭਾਈ ਗੁਰਦਾਸ ਜੀ ਲਿਖਦੇ ਆ, ਪਾਣੀ 'ਚ ਡੋਬਣਾ ਚਾਹਿਆ, ਅੱਗ 'ਚ ਸਾੜ ਕੇ ਮਾਰਨਾ ਚਾਹਿਆ, ਪਰ ਗੁਰੂ ਦੀ ਦਇਆ ਨਾਲ, ਪਰਮੇਸ਼ਰ ਦੀ ਦਇਆ ਨਾਲ ਇਹਨਾਂ ਦਾ ਵਾਲ ਵਿੰਗਾ ਨਹੀਂ ਹੋਇਆ। ਅਖੀਰ ਨੂੰ ਹੱਥ 'ਚ ਤਲਵਾਰ ਪਕੜ ਕੇ ਕਹਿੰਦਾ, ਦੱਸ ਹੁਣ ਤੇਰਾ ਠਾਕੁਰ, ਤੇਰਾ ਰੱਬ ਤੈਨੂੰ ਬਚਾਏਗਾ? ਪ੍ਰਹਿਲਾਦ ਜੀ ਕਹਿੰਦੇ, ਹਾਂ ਬਚਾਏਗਾ। ਉਸੇ ਵਕਤ ਥੰਮ ਪਾੜ ਕੇ ਭਗਵਾਨ ਨਰਸਿੰਘ ਜੀ ਪ੍ਰਗਟ ਹੋਏ ਔਰ ਹਰਨਾਕਸ਼ ਨੂੰ ਆਪਣੇ ਹੱਥਾਂ ਦੇ ਨੂੰਹਾਂ ਨਾਲ ਮਾਰ ਕੇ ਪ੍ਰਹਿਲਾਦ ਨੂੰ ਗੋਦ ਵਿੱਚ ਲੈ ਕੇ ਚੱਟਣ ਲੱਗ ਪਏ, ਮੱਥਾ ਚੁੰਮਣ ਲੱਗ ਪਏ। ਉਹ ਉਦਾਹਰਣ ਇੱਥੇ ਜਗਤ ਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਰਹੇ ਨੇ। ਜਿਉ ਪ੍ਰਹਿਲਾਦ ਉਦਾਰ ਸਮਈਆ। ਚੌਥੇ ਪਾਤਸ਼ਾਹ ਦੇ ਅੰਮ੍ਰਿਤ ਬਚਨ ਸਵੇਰੇ ਸ਼ਾਮ ਦੋਵੇਂ ਵੇਲੇ ਪੜ੍ਹਦੇ ਆ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਕਹਿੰਦੇ ਜਿਹੜੇ ਸ਼ਰਨ ਪੈ ਜਾਂਦੇ ਨੇ, ਕਿਉਂਕਿ ਭਗਤ ਪ੍ਰਹਿਲਾਦ ਜੀ ਪ੍ਰਮਾਤਮਾ ਦੀ, ਅਕਾਲ ਪੁਰਖ ਦੀ ਸ਼ਰਨ ਪੈ ਗਏ, ਤੇ ਜਿਹੜਾ ਸ਼ਰਨ ਪੈ ਜਾਂਦਾ ਉੱਭਰ ਜਾਂਦਾ, ਬਚ ਜਾਂਦਾ ਹੈ। ਜੈਸੇ ਭਗਤ ਪ੍ਰਹਿਲਾਦ ਜੀ ਉਧਰੇ ਹਨ। ਰਹਾਉ ਭਾਰ 18 ਮਹਿ ਚੰਦਨ ਊਤਮ, ਚੰਦਨ ਨਿਕਟ ਸਭ ਚੰਦਨ ਹੋਈਆ। 18 ਭਾਰ ਬਨਸਪਤੀ ਹੈ ਤੇ 18 ਭਾਰ ਬਨਸਪਤੀ ਦੇ ਵਿੱਚੋਂ ਚੰਦਨ ਸਭ ਤੋਂ ਉੱਤਮ ਹੈ, ਸ੍ਰੇਸ਼ਟ ਹੈ। ਕਿਉਂ ਸ੍ਰੇਸ਼ਟ ਕਿਹਾ ਜਾਂਦਾ? ਚੰਦਨ 'ਚ ਐਸੀ ਕੀ ਖਾਸੀਅਤ ਹੈ? ਕਹਿੰਦੇ ਚੰਦਨ ਵਿੱਚ ਇਹ ਖਾਸੀਅਤ ਹੈ ਕਿ ਚੰਦਨ ਦੇ ਨੇੜੇ ਵਸਣ ਵਾਲੇ ਵੀ ਚੰਦਨ ਹੋ ਜਾਂਦੇ ਨੇ। ਚੰਦਨ ਨਿਕਟ ਸਭ ਚੰਦਨ ਹੋਈਆ। ਚੰਦਨ ਦੇ ਨੇੜੇ ਵਸਣ ਵਾਲੇ ਸਭ ਚੰਦਨ ਹੋ ਜਾਂਦੇ ਨੇ। ਤੈਸੇ ਸੰਸਾਰ ਦੇ ਸਮਸਤ ਪ੍ਰਾਣੀ ਮਾਤਰਾ ਚੋਂ ਸਭ ਤੋਂ ਸ੍ਰੇਸ਼ਟ ਰੱਬ ਦੇ ਪਿਆਰੇ ਨੇ, ਪਰਮੇਸ਼ਰ ਦੇ ਪਿਆਰੇ ਨੇ। ਪੁੱਛਿਆ ਜੀ ਸਾਰੀ ਦੁਨੀਆ ਚੋਂ ਸਭ ਤੋਂ ਸਰਵੋਤਮ ਰੱਬ ਦੇ ਪਿਆਰੇ ਗੁਰਮੁਖ ਕਿਵੇਂ ਨੇ? ਕਹਿੰਦੇ ਇਸ ਕਰਕੇ ਕਿਉਂਕਿ ਉਹਨਾਂ ਰੱਬ ਦੇ ਪਿਆਰਿਆਂ ਦੀ ਸੰਗਤ ਕਰਨ ਵਾਲੇ ਉਹਨਾਂ ਵਰਗੇ ਹੀ ਹੋ ਜਾਂਦੇ ਨੇ, ਇਸ ਕਰਕੇ ਸਰਵੋਤਮ ਤੇ ਸ੍ਰੇਸ਼ਟ ਨੇ। ਹਾਂਜੀ। ਸਾਕਤ ਕੂੜੇ ਊਬ ਸੁਖ ਹੋਏ, ਮਨ ਅਭਿਮਾਨ ਵਿਛੜ ਦੂਰ ਗਈਆ। ਸਾਕਤ ਤੇ ਝੂਠੇ ਬੰਦੇ ਉਸ ਦਰਖਤ ਵਾਂਗੂ ਨੂੰ ਜਿਹੜੇ ਖੜੇ ਖੜੋਤੇ ਸੁੱਕ ਜਾਂਦੇ ਨੇ। ਧਰਤੀ 'ਚੋਂ ਪਾਣੀ ਵਗੈਰਾ ਸਭ ਮਿਲਦਾ ਉਹਨਾਂ ਨੂੰ, ਪਰ ਖਲੋਤੇ ਸੁੱਕ ਜਾਂਦੇ ਨੇ। ਬਾਲਣ ਦੇ ਹੀ ਕੰਮ ਆਉਂਦੇ ਆ ਉਹ। ਇਸੇ ਤਰ੍ਹਾਂ ਸਾਕਤ ਝੂਠੇ ਉਹ ਰੱਬ ਕੋਲੋਂ ਸਾਰੀਆਂ ਨਿਆਮਤਾਂ ਪ੍ਰਾਪਤ ਕਰਦੇ ਹੋਏ ਵੀ ਪਰਮੇਸ਼ਰ ਦੇ ਸ਼ੁਕਰਗੁਜ਼ਾਰ ਨਹੀਂ ਹੁੰਦੇ। ਪਰਮੇਸ਼ਰ ਦੇ ਪ੍ਰੇਮ ਤੋਂ ਵਿਹੂਣੇ ਸੁੱਕੇ ਰਹਿੰਦੇ ਆ, ਸੜ ਜਾਂਦੇ ਆ। ਏਦਾਂ ਦੇ ਜਿਹੜੇ ਬੰਦੇ ਨੇ, ਕਹਿੰਦੇ ਉਹਨਾਂ ਨੂੰ ਵੀ ਫਿਰ ਅੱਗੇ ਨਰਕਾਂ ਦੀ ਅੱਗ ਦੇ ਵਿੱਚ ਹੀ ਜਲਾਇਆ ਜਾਂਦਾ ਹੈ। ਉਹਨਾਂ ਦੇ ਮਨ 'ਚ ਅਭਿਮਾਨ ਹੈ,
ਉਹ ਵਾਹਿਗੁਰੂ ਪਰਮੇਸ਼ਰ ਤੋਂ ਵਿਛੜ ਕੇ ਦੂਰ 84 ਲੱਖ ਜੂਨੀਆਂ ਦੇ ਵਿੱਚ ਭਟਕਦੇ ਹਨ। ਹਰ ਗਤ ਮਿਤ ਕਰਤਾ ਆਪੇ ਜਾਣ, ਸਭ ਵਿਦ ਹਰ ਹਰ ਆਪ ਬਨਈਆ। ਹਰੀ ਵਾਹਿਗੁਰੂ ਪਰਮੇਸ਼ਰ ਆਪਣੇ ਗਤ ਮਿਤ ਆਪ ਜਾਣਦਾ ਹੈ, ਸਾਰੇ ਜਗਤ ਦਾ ਕਰਤਾ ਹੈ। ਸਾਰੀਆਂ ਵਿਧੀਆਂ ਉਸ ਹਰੀ ਅਕਾਲ ਪੁਰਖ ਵਿਧਾਤੇ ਨੇ, ਪਰਮੇਸ਼ਰ ਨੇ ਆਪ ਬਣਾਈਆਂ ਹਨ। ਜਿਸ ਸਤਿਗੁਰ ਭੇਟੇ ਸੋ ਕੰਚਨ ਹੋਵੇ, ਜੋ ਤੁਰ ਲਿਖਿਆ ਸੋ ਮਿਟੈ ਨਾ ਮਿਟਈਆ। ਜਿਸ ਨੂੰ ਸਤਿਗੁਰੂ ਜੀ ਮਿਲਦੇ ਨੇ ਉਹ ਕੰਚਨ ਵਾਂਗੂ ਹੋ ਜਾਂਦਾ। ਜਿਵੇਂ ਪਾਰਸ ਨੂੰ ਮਿਲ ਕੇ ਧਾਤ ਸੋਨਾ ਹੁੰਦੀ ਹੈ, ਤੈਸੇ ਗਲਿਆ ਸੜਿਆ ਲੋਹਾ ਜੈਸੇ ਪਾਰਸ ਨੂੰ ਮਿਲ ਕੇ ਸੋਨਾ ਹੋ ਜਾਂਦਾ ਹੈ, ਤੈਸੇ ਮਹਾ ਅਧੋਗਤੀ ਨੂੰ ਪ੍ਰਾਪਤ ਹੋਇਆ ਮਨੁੱਖ ਵੀ ਅਗਰ ਗੁਰੂ ਨੂੰ ਮਿਲੇ, ਗੁਰੂ ਦੀ ਕਿਰਪਾ ਨਾਲ ਉਹ ਵੀ ਕੰਚਨ ਹੋ ਜਾਂਦਾ, ਸਵਰਨ ਹੋ ਜਾਂਦਾ। ਔਰ ਜੋ ਧੁਰ ਦਰਗਾਹ ਤੋਂ ਵਿਧਾਤੇ ਨੇ, ਅਕਾਲ ਪੁਰਖ ਨੇ ਲੇਖ ਪਾ ਦਿੱਤੇ ਨੇ ਨਾ, ਉਹ ਨਾ ਮਿਟਦੇ ਨੇ, ਨਾ ਕੋਈ ਮਿਟਾ ਸਕਦਾ। ਜੋ ਧੁਰ ਦਰਗਾਹ ਤੋਂ ਲਿਖ ਦਿੱਤਾ ਨਾ ਵਿਧਾਤੇ ਨੇ, ਪਰਮੇਸ਼ਰ ਨੇ, ਉਹ ਨਹੀਂ ਮਿਟਦਾ। ਰਤਨ ਪਦਾਰਥ ਗੁਰਮਤ ਪਾਵੈ, ਸਾਗਰ ਭਗਤ ਭੰਡਾਰ ਖੁਲਈਆ। ਸ਼ੁਭ ਗੁਣਾ ਰੂਪੀ ਰਤਨ ਪਦਾਰਥ ਗੁਰਸਿੱਖ ਨੂੰ ਗੁਰੂ ਦੀ ਮੱਤ ਚੋਂ ਪ੍ਰਾਪਤ ਹੁੰਦੇ ਹਨ। ਇਹ ਜਿਹੜਾ ਸੰਸਾਰ ਸਮੁੰਦਰ ਹੈ, ਉਹਨਾਂ ਗੁਰਮੁਖਾਂ ਵਾਸਤੇ ਇਹ ਭਗਤੀ ਦਾ ਭੰਡਾਰਾ ਖੁੱਲਾ ਹੋਇਆ। ਗੁਰਮੁਖਾਂ ਨੂੰ ਤਾਂ ਖਾਲਸਾ ਜੀ ਇਹ ਸੰਸਾਰ ਸਮੁੰਦਰ ਜਿਹੜੇ ਗੁਰਮਤ ਦੇ ਧਾਰਨੀ ਨੇ, ਉਹ ਕਹਿੰਦੇ ਭਗਤੀ ਦੇ ਭੰਡਾਰੇ ਖੁੱਲੇ ਨੇ, ਜਿੰਨੇ ਲੁੱਟੇ ਜਾਂਦੇ ਆ ਲੁੱਟ ਲਓ। ਗੁਰਮੁਖਾਂ ਨੂੰ ਤਾਂ ਏਦਾਂ ਨਜ਼ਰ ਨਹੀਂ ਆਉਂਦਾ। ਉਹ ਕਹਿੰਦੇ ਲੁੱਟ ਪਈ ਹੋਈ ਆ ਰਾਮ ਨਾਮ ਦੀ, ਜਿੰਨਾ ਲੁੱਟਿਆ ਜਾਂਦਾ ਲੁੱਟ ਲਓ। ਇਹ ਮਨੁੱਖੀ ਜਾਮਾ ਮਿਲਿਆ, ਇਹ ਲੁੱਟ ਹੈ ਰਾਮ ਨਾਮ ਦੀ। ਉਹਨਾਂ ਲਈ ਇਹ ਸੰਸਾਰ ਸਮੁੰਦਰ ਪਰਮੇਸ਼ਰ ਦੀ ਭਗਤੀ ਦਾ ਖੁੱਲਿਆ ਹੋਇਆ ਭੰਡਾਰਾ ਹੈ। ਗੁਰ ਚਰਣੀ ਇੱਕ ਸਰਧਾ ਉਪਜੀ, ਮੈਂ ਹਰ ਗੁਣ ਕਹਤੇ ਤ੍ਰਿਪਤ ਨਾ ਭਈਆ। ਗੁਰੂ ਪਾਤਸ਼ਾਹ ਦੇ ਚਰਨਾਂ ਤੇ ਮੇਰੇ ਮਨ ਵਿੱਚ ਇੱਕ ਸ਼ਰਧਾ ਉਪਜੀ ਹੈ। ਉਸ ਸ਼ਰਧਾ ਤੇ ਭਾਵਨਾ ਨਾਲ ਮੈਂ ਹਰੀ ਦੇ ਗੁਣ ਕਹਿੰਦਾ ਹਾਂ, ਜਿਸ ਨੂੰ ਕਹਿ ਕੇ ਮੇਰਾ ਮਨ ਤ੍ਰਿਪਤ ਨਹੀਂ ਹੁੰਦਾ। ਦਿਲ ਕਰਦਾ ਕਹੀ ਜਾਵਾਂ, ਕਿਉਂਕਿ ਮੈਂ ਜਿਤਨੇ ਵੀ ਗੁਣ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਕਹਿ ਰਿਹਾ, ਉਹ ਸ਼ਰਧਾ ਨਾਲ ਕਹਿ ਰਿਹਾ। ਤੇ ਇਸ ਕਰਕੇ ਮੇਰਾ ਮਨ ਨਿਰੰਕਾਰ ਦੇ ਗੁਣਾਂ ਨੂੰ ਗਾਇਨ ਕਰਦਿਆਂ ਹੋਇਆਂ ਨਹੀਂ ਰੱਜਦਾ। ਪਰਮ ਬੈਰਾਗ ਨਿਤ ਨਿਤ ਹਰ ਧਿਆਏ, ਮੈਂ ਹਰ ਗੁਣ ਕਹਤੇ ਭਾਵਨੀ ਕਹੀਆ। ਸ੍ਰੇਸ਼ਟ ਬੈਰਾਗ ਦੇ ਸਹਿਤ ਮੈਂ ਨਿਤ ਉਸ ਹਰੀ ਅਕਾਲ ਪੁਰਖ ਪਰਮੇਸ਼ਰ ਨੂੰ ਧਿਆਉਂਦਾ ਹਾਂ, ਹਰੀ ਦੇ ਗੁਣ ਕਹਿੰਦਾ ਹਾਂ, ਪਰ ਭਾਵਨਾ ਨਾਲ ਕਹਿੰਦਾ ਹਾਂ। ਹਰ ਗੁਣ ਕਹਤੇ ਭਾਵਨੀ ਕਹੀਆਂ। ਹਰੀ ਦੇ ਗੁਣ ਕਹਿੰਦੇ ਹਾਂ, ਪਰ ਅਦਕ ਭਾਵਨਾ ਦੇ ਸਹਿਤ, ਕਿਉਂਕਿ ਭਾਵਨਾ ਵਿਹੀਨ ਕਹੇ ਹੋਏ ਗੁਣ, ਭਾਵਨਾ ਵਿਹੀਨ ਕੀਤੀ ਹੋਈ ਉਪਮਾ ਇਸ ਪ੍ਰਕਾਰ ਨਾਲ ਹੈ, ਜੈਸੇ ਕੋਈ ਦਿਸਣ ਵਾਲਾ ਫੁੱਲ ਤਾਂ ਹੈ ਕੇਸੂ ਦਾ, ਪਰ ਉਹਦੇ ਚ ਸੁਗੰਧੀ ਨਹੀਂ ਹੈ। ਫੁੱਲ ਤਾਂ ਦਿਸ ਰਿਹਾ ਪਰ ਸੁਗੰਧੀ ਨਹੀਂ ਹੈ। ਤੇ ਜਿਸ ਫੁੱਲ ਦੀ ਸੁਗੰਧੀ ਨਾ ਹੋਵੇ, ਉਹ ਫੁੱਲ ਦੁਨੀਆ ਵਿੱਚ ਸਤਕਾਰਿਆ ਤਾਂ ਨਹੀਂ ਜਾਂਦਾ। ਇਸ ਕਰਕੇ ਹਰੀ ਦੇ ਗੁਣਾਂ ਦਾ ਗੁਲਦਸਤਾ ਜੋ ਮੈਂ ਉਚਾਰਦਾ ਹਾਂ, ਉਹ ਭਾਵਨਾ ਸਹਿਤ ਕਹਿਣਾ। ਔਰ ਉਹ ਜਿਹੜੀ ਭਾਵਨਾ ਹੈ, ਹਰੀ ਦੇ ਗੁਣਾ ਗਾਇਨ ਕਰਨ ਦੇ ਗੁਲਦਸਤੇ ਵਿੱਚ ਸੁਗੰਧੀ ਦਾ ਕੰਮ ਕਰਦੀ ਹੈ। ਤੋ ਮੈਂ ਭਾਵਨਾ ਸਹਿਤ ਆਪਣੇ ਹਰੀ ਦੇ ਗੁਣਾਂ ਨੂੰ ਕਹਿੰਦਾ। ਹਾਂਜੀ, ਬਾਰ ਬਾਰ
ਖਿਨ ਖਿਨ ਪਲ ਕਹੀਐ ਹਰ ਪਾਰ ਨਾ ਪਾਵੈ ਪਰੈ ਪਰਈਆ। ਬਾਰ ਬਾਰ ਮੈਂ ਆਪਣੇ ਸਾਹਿਬ ਦੇ ਗੁਣਾਂ ਨੂੰ ਗਾਇਨ ਕਰਦਾ, ਬਾਰ ਬਾਰ, ਇੱਕ ਵਾਰ ਨਹੀਂ, ਖਿਨ ਖਿਨ ਪਲ ਪਲ ਕਹਿੰਦਾ ਹਾਂ। ਔਰ ਇਹ ਕਹਿੰਦਾ ਹਾਂ ਕਿ ਹਰੀ ਦੇ ਗੁਣ ਗਾਇਨ ਕਰਦਿਆਂ ਹੋਇਆਂ ਹਰੀ ਪਰੇ ਤੋਂ ਪਰੇ ਪ੍ਰਤੀਤ ਹੁੰਦਾ। ਉਹਦਾ ਪਾਰਾਵਾਰ ਨਹੀਂ ਪੈਂਦਾ, ਉਹ ਪਰੇ ਤੋਂ ਪਰੇ ਪ੍ਰਤੀਤ ਹੁੰਦਾ ਹੈ। ਸਾਸਤ ਵੇਦ ਪੁਰਾਣ ਪੁਕਾਰ ਧਰਮ ਕਰਹੁ ਖਟ ਕਰਮ ਦ੍ਰਿੜਈਆ। ਸ਼ਾਸਤਰ, ਵੇਦ, ਪੁਰਾਣ ਇਹ ਸਾਰੇ ਪੁਕਾਰਦੇ ਨੇ, ਕਹਿੰਦੇ ਨੇ ਧਰਮ ਕਰੋ। ਧਰਮ ਸਰਬ ਸੁਖ ਖਾਨ, ਧਰਮ ਸਰਬ ਸੁਖ ਖਾਨ, ਜਗਤ ਸਭ ਕੋ ਹਿਤਕਾਰੀ। ਧਰਮ ਧਰੇ ਬੁੱਧਮਾਨ, ਨਿਰੰਤਰ ਚੀਤ ਮਝਾਰੀ। ਧਰਮ ਸਾਰੇ ਸੁੱਖਾਂ ਦੀ ਖਾਨ ਹੈ। ਬੁੱਧੀਮਾਨ ਲੋਕ ਨਿਰੰਤਰ ਇੱਕ ਰਸ ਧਰਮ ਨੂੰ ਆਪਣੇ ਹਿਰਦੇ 'ਚ ਧਾਰਨ ਕਰਦੇ ਹਨ। ਉਹ ਕਹਿੰਦੇ ਨਾਗ ਸੋਭੈ ਮਾਦਕਾਰ, ਹਾਥੀ ਤਾਂ ਸੋਭਦਾ ਜੋ ਮਸਤ ਚਾਲ ਚੱਲੇ। ਸਿੱਖੀ ਸੋਭੈ ਪਰੈ ਹੋਣ, ਪੰਛੀ ਤਾਂ ਸੋਭਦਾ ਜੋ ਉਹਨੂੰ ਖੰਭ ਲੱਗੇ ਹੋਣ। ਖੰਭਾਂ ਬਿਨਾਂ ਕਾਹਦਾ ਪੰਛੀ। ਇਸੇ ਤਰ੍ਹਾਂ ਕੋਈ ਵੀ ਮਨੁੱਖ ਉਹ ਤਾਂ ਸ਼ੋਭਨੀਕ ਹੁੰਦਾ ਜੋ ਧਰਮੀ ਹੋਵੇ। ਧਰਮੀ ਸੋ ਮਤ ਤੇ ਸ੍ਰੇਸ਼ਟ ਮਤ ਵਾਲਾ ਧਰਮੀ ਧਰਮ ਕਰਕੇ ਸ਼ੋਭਦਾ ਹੈ। ਦਇਆ, ਖਿਮਾ, ਅਹਿੰਸਾ ਇਹ ਜਿਹੜੇ ਸ਼ੁਭ ਗੁਣ ਨੇ, ਇਹਨਾਂ ਕਰਕੇ ਧਰਮ ਉਤਪੰਨ ਹੁੰਦਾ ਹੈ। ਇਸਚਿਤ ਧਰਮ ਖਿਮਾ ਕੇ ਸੰਗਾ। ਪਹਿਲਾਂ ਪੈਦਾ ਹੋਇਆ, ਫਿਰ ਟਿਕਦਾ ਕਿਵੇਂ ਹੈ? ਪੈਦਾ ਹੋਇਆ ਦਇਆ, ਅਹਿੰਸਾ, ਤਪ, ਦਾਨ ਆਦਿਕ ਸ਼ੁਭ ਕਰਮਾਂ ਨਾਲ ਪੈਦਾ ਹੋਇਆ। ਪੈਦਾ ਹੋਣ ਤੋਂ ਬਾਅਦ ਟਿਕਦਾ ਕਿਵੇਂ ਹੈ? ਇਸਚਿਤ ਧਰਮ ਖਿਮਾ ਕੇ ਸੰਗਾ। ਖਿਮਾ ਕਰ ਦਈਏ ਕਿਸੇ ਨੂੰ, ਉਦੋਂ ਇਹ ਟਿਕ ਜਾਂਦਾ। ਫਿਰ ਪੁੱਛਿਆ ਜੀ ਇਹਦਾ ਨਾਸ਼ ਕਿਵੇਂ ਹੁੰਦਾ ਹੈ? ਕਹਿੰਦੇ ਹੋਤ ਕ੍ਰੋਧ ਤੇ ਧਰਮ ਵਿਭੰਗਾ। ਜਦੋਂ ਕੋਈ ਕ੍ਰੋਧ ਵਿੱਚ ਆ ਜਾਂਦਾ ਹੈ ਉਦੋਂ ਧਰਮ ਨਸ਼ਟ ਹੋ ਜਾਂਦਾ। ਕ੍ਰੋਧ ਵਿੱਚ ਆ ਕੇ ਧਰਮ ਦਾ ਪਤਨ ਹੋ ਜਾਂਦਾ। ਤੋ ਜਿਤਨੇ ਸ਼ਾਸਤਰ ਨੇ, ਜਿਤਨੇ ਪੁਰਾਣ ਨੇ, ਵੇਦ ਨੇ, ਸਭ ਕਹਿੰਦੇ ਧਰਮ ਕਰੋ, ਧਰਮ ਨੂੰ ਧਾਰਨ ਕਰੋ। ਹੇ ਧਰਮ ਤੂੰ ਮੈਨੂੰ ਧਾਰਨ ਕਰ, ਏਦਾਂ ਵੀ ਬੇਨਤੀ ਕਰਦੇ ਨੇ। ਜਗਿਆਸੂ, ਹੇ ਧਰਮ ਤੂੰ ਮੈਨੂੰ ਧਾਰਨ ਕਰ। ਦੋ ਪ੍ਰਕਾਰ ਦੇ ਧਰਮ ਦੱਸੇ ਜਾਂਦੇ ਨੇ। ਇੱਕ ਸਾਧਾਰਨ ਧਰਮ ਹੈ, ਇੱਕ ਅਸਾਧਾਰਨ ਧਰਮ ਹੈ। ਸਾਧਾਰਨ ਧਰਮ ਸੰਸਾਰ ਦੀ ਸਾਰੀ ਮਾਨਵਤਾ ਲਈ ਇੱਕੋ ਜਿਹਾ। ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ। ਇਹ ਸਾਰੀ ਮਨੁੱਖਤਾ ਦਾ ਇੱਕੋ ਜਿਹਾ ਹੈ। ਸੱਚ ਬੋਲਣਾ ਸਾਰੀ ਮਨੁੱਖਤਾ ਲਈ ਹੈ। ਝੂਠ ਦਾ ਤਿਆਗ ਕਰਨਾ ਇਹ ਵੀ ਧਰਮ ਹੈ, ਸਾਰੀ ਮਨੁੱਖਤਾ ਲਈ ਹੈ। ਅਸਾਧਾਰਨ ਧਰਮ ਉਹ ਹੈ ਜਿਹੜੀਆਂ ਸਾਨੂੰ ਗੁਰੂ ਸਾਹਿਬ ਨੇ 5 ਕੱਕੇ ਦਿੱਤੇ ਨੇ। ਉਹਦੀ ਰਹਿਤ ਰੱਖਣੀ, ਰਹਿਣੀ ਬਹਿਣੀ ਰੱਖਣੀ। ਹੁਣ ਕੇਸ ਕੱਟੇ ਹੋਣ, ਉਹ ਬੰਦੇ ਨੇ ਗਾਤਰੇ 'ਚ ਕਿਰਪਾਨ ਪਾਈ ਹੋਵੇ, ਤੇੜ ਕਛਹਿਰਾ ਪਾਇਆ ਹੋਵੇ, ਆਪਾਂ ਉਸੇ ਵੇਲੇ ਫੜ ਲੈਨੇ ਉਹਨੂੰ ਵੀ ਤੂੰ ਬੇਅਦਬੀ ਕਰਦਾ ਕਿਰਪਾਨ ਦੀ। ਸਾਡੇ ਕਕਾਰ ਨੇ। ਕਿਉਂ? ਕਿਉਂਕਿ ਇਹ ਕੇਵਲ ਅੰਮ੍ਰਿਤਧਾਰੀ ਜਿਹੜਾ ਸਿੱਖ ਹੈ ਉਹਦੇ ਵਾਸਤੇ ਨੇ ਕੱਕੇ। ਇਹ ਅਸਾਧਾਰਨ ਧਰਮ ਹੈ ਜਿਹੜਾ ਕੇਵਲ ਗੁਰਸਿੱਖ ਲਈ ਹੈ। ਰਹਿਤ ਬਹਿਤ ਜਿਹੜੀ ਗੁਰੂ ਸਾਹਿਬ ਨੇ ਦੱਸੀ ਆ ਕਰਨ ਲਈ।
ਜਿਤਨੇ ਵੀ ਸ਼ਾਸਤਰ ਨੇ, ਧਰਮ ਗ੍ਰੰਥ ਨੇ, ਉਹ ਕਹਿੰਦੇ ਆ ਧਰਮ ਧਾਰਨ ਕਰੋ। ਸਾਸ ਵੇਦ ਪੁਰਾਣ ਪੁਕਾਰੈ ਧਰਮ ਕਰੋ। ਧਰਮ ਕਰੋ, ਧਰਮ ਰੱਖੋ। ਖਟ ਕਰਮ ਦ੍ਰਿੜਈਆ, ਉਹ 6 ਕਰਮ ਵੀ ਦ੍ਰਿੜ ਕਰਾਉਂਦੇ ਆ, ਜਿਹੜੇ ਆ ਬ੍ਰਾਹਮਣਾਂ ਦੇ 6 ਕਰਮ ਹੁੰਦੇ। ਸੰਧਿਆ ਕਰਨੀ, ਇਸ਼ਨਾਨ ਕਰਨਾ, ਪੂਜਾ ਅਰਚਨਾ ਕਰਨੀ, ਉਹ ਇਸ ਪ੍ਰਕਾਰ ਉਹ 6 ਕਰਮਾਂ। ਤਿਥੀ ਸੇਵਾ, ਉਹਨਾਂ ਨੂੰ 6 ਪ੍ਰਕਾਰ ਦੇ ਉਹ ਕਰਮ ਦੱਸੇ ਜਾਂਦੇ, ਉਹ ਕਰਦੇ ਨੇ। ਗੁਰਸਿੱਖ ਲਈ ਜਿਹੜੇ ਕਰਮ ਗੁਰੂ ਸਾਹਿਬ ਨੇ ਕਹੇ ਨੇ ਕਰਨ ਨੂੰ, ਉਹ ਗੁਰਸਿੱਖ ਕਰਦਾ, ਜੋ ਗੁਰੂ ਗ੍ਰੰਥ ਸਾਹਿਬ ਜੀ ਸਾਹਿਬ ਨੇ ਸਾਨੂੰ ਕਿਹਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆ। ਇਹ ਗੁਰਸਿੱਖ ਦੇ ਕਰਮ ਨੇ। ਹਾਂਜੀ। ਮਨ ਮੁਖ ਪਾਖੰਡ ਭਰਮ ਬੇਗੂਤੇ, ਲੋਭ ਲਹਿਰ ਨਾਭ ਭਾਰ ਵਡਈਆ। ਜਿਹੜੇ ਮਨਮੁਖ ਲੋਕ ਨੇ ਨਾ, ਪਖੰਡੀ, ਉਹ ਭਰਮ 'ਚ ਪਏ ਹੋਏ ਖੁਆਰ ਹੁੰਦੇ ਨੇ। ਲੋਭ ਦੀਆਂ ਲਹਿਰਾਂ ਵਿੱਚ ਉਹਨਾਂ ਦੀ ਜ਼ਿੰਦਗੀ ਦੀ ਕਿਸ਼ਤੀ ਡੁੱਬ ਜਾਂਦੀ ਹੈ। ਲੋਭ ਦੀਆਂ ਲਹਿਰਾਂ ਵਿੱਚ ਉਹਨਾਂ ਦੀ ਜ਼ਿੰਦਗੀ ਗਰਕ ਹੋ ਜਾਂਦੀ ਹੈ। ਨਾਮ ਜਪੋ ਨਾਮੇ ਗਤ ਪਾਵਹੁ, ਸਿਮਰਤ ਸ਼ਾਸਤਰ ਨਾਮ ਦ੍ਰਿੜਈਆ। ਨਾਮ ਜਪੋ, ਨਾਮ ਕਰਕੇ ਹੀ ਬੰਦ ਖਲਾਸੀ ਹੋਣੀ ਹੈ। ਸਿਮਰਤੀਆਂ ਸ਼ਾਸਤਰ ਸਾਰੇ ਨਾਮ ਹੀ ਦ੍ਰਿੜ ਕਰਾਉਂਦੇ ਐ। ਸਭ ਨਾਮ ਜਪਣ ਦੀ ਹੀ ਪ੍ਰੇਰਨਾ ਕਰਦੇ ਨੇ। ਸਿਮਰਤੀਆਂ ਸ਼ਾਸਤਰ ਵੇਦ ਪੁਰਾਣ ਸਭ ਇਹੀ ਕਹਿੰਦੇ ਆ, ਪਰਮੇਸ਼ਰ ਦਾ ਨਾਮ ਜਪੋ, ਨਾਮ ਜਪ ਕੇ ਹੀ ਮੁਕਤੀ ਮਿਲਦੀ ਹੈ। ਹਉਮੈ ਜਾਏ ਤਾ ਨਿਰਮਲ ਹੋਵੈ, ਗੁਰਮੁਖ ਪਰਚੈ ਪਰਮ ਪਦ ਪਈਆ। ਜਦੋਂ ਹਉਮੈ ਚਲੀ ਜਾਏਗੀ, ਤੁਹਾਡਾ ਅੰਤःਕਰਣ ਨਿਰਮਲ ਪਵਿੱਤਰ ਸ਼ੁੱਧ ਹੋਵੇਗਾ। ਜਿਹੜੇ ਗੁਰਸਿੱਖ ਗੁਰਮੁਖ ਨੇ, ਉਹ ਆਪਣੇ ਸਤਿਗੁਰਾਂ ਦੇ ਸ਼ਬਦ ਵਿੱਚ ਪਰਚੇ ਰਹਿੰਦੇ ਹਨ। ਸਤਿਗੁਰਾਂ ਦੇ ਸ਼ਬਦ ਵਿੱਚ ਉਹਨਾਂ ਦਾ ਪਰਚਾ ਪ੍ਰੇਮ ਬਣਿਆ ਰਹਿੰਦਾ ਹੈ। ਇਹੋ ਜਗ ਵਰਨ ਰੂਪ ਸਭ ਤੇਰਾ, ਜਿਤ ਲਾਵਹਿ ਸੇ ਕਰਮ ਕਮਈਆ। ਇਹ ਵਾਹਿਗੁਰੂ, ਇਹ ਜਗ ਤੇਰਾ, ਇਹ ਜਿੰਨੇ ਵਰਨ ਨੇ ਸਭ ਤੇਰੇ ਨੇ, ਜਿੰਨੇ ਰੂਪ ਨੇ ਸਭ ਤੇਰੇ ਨੇ। ਜਿੱਧਰ ਜਿੱਧਰ ਤੁਸੀਂ ਜੀਵਾਂ ਨੂੰ ਲਾਉਂਦੇ ਜੇ, ਇਹ ਜੀਵ ਉਸੇ ਪਾਸੇ ਲੱਗ ਕੇ ਉਸੇ ਤਰ੍ਹਾਂ ਦੇ ਕਰਮ ਕਮਾਉਂਦੇ ਹਨ। ਨਾਨਕ ਜੰਤ ਵਜਾਏ ਵਾਜੈ, ਜਿਤ ਪਾਵੈ ਤਿਤ ਰਾਹੇ ਚਲਈਆ। ਇਹ ਜੀਵ ਜੰਤ ਹੈ ਮਹਾਰਾਜ, ਜਿਵੇਂ ਤੁਸੀਂ ਵਜਾਉਂਦੇ ਹੋ ਤਿਵੇਂ ਵੱਜਦੇ ਨੇ। ਭਾਵ ਜੋ ਕਰਮ ਇਹਨਾਂ ਕੋਲੋਂ ਕਰਾਉਂਦੇ ਹੋ, ਉਹੀ ਕਰਮ ਇਹ ਕਰਦੇ ਹਨ। ਜਿੱਧਰ ਤੁਹਾਨੂੰ ਭਾਉਂਦਾ ਮਨ ਤੁਹਾਡਾ, ਉਸੇ ਪਾਸੇ ਜੀਵਾਂ ਨੂੰ ਲਾਉਂਦੇ, ਉਸੇ ਰਾਹ ਤੇ ਚਲਾਉਂਦੇ। ਗੁਰਸਿੱਖ ਇਸੇ ਰਜਾ ਵਿੱਚ ਰਾਜੀ ਰਹਿੰਦੇ, ਆਪਣੀ ਜ਼ਿੰਦਗੀ ਨੂੰ ਬਸਰ ਕਰਦੇ ਨੇ, ਬਤੀਤ ਕਰਦੇ ਨੇ।